नॉर्मली प्रॉब्लम सानू की आ रही है, फार्मर अपने लैवल ते बड़े तेज दवाइयां आपे ही ला दिंदा हैगा, ਜਿਹਦੇ ਕਰਕੇ ਪਸ਼ੂ ਦਾ ਇਮਿਊਨਿਟੀ ਸਿਸਟਮ ਜਿਹੜਾ ਹੈਗਾ ਹੋਰ ਵੀ ਵੀਕ ਹੋ ਜਾਂਦਾ ਆ ਔਰ ਉਹਦੇ ਲਿਵਰ ਤੇ ਜਿਹੜਾ ਪ੍ਰੈਸ਼ਰ ਪੈਂਦਾ ਆ, ਜਿਸ ਕਰਕੇ ਉਹ ਬਿਮਾਰੀ ਫਿਰ ਉਹਦੇ 'ਚ ਹੋਰ ਵੱਧ ਜਾਂਦੀ ਹੈ। ਨਿੰਮ ਦੀ ਨਿਮੋਲੀਆ ਜਿਹੜੀਆਂ ਉਹ ਉਬਾਲ ਕੇ ਪਾਣੀ 'ਚ ਉਸ ਪਾਣੀ ਦਾ ਛਿੜਕਾਵ ਸ਼ੁਰੂ ਕਰ ਦਿਓ। ਪਸ਼ੂਆਂ ਦੇ ਉੱਪਰ ਵੀ ਫਰਸ਼ ਤੇ ਵੀ ਖੁਰਲੀਆਂ ਨੂੰ ਚੰਗੀ ਤਰ੍ਹਾਂ ਧੋਵੋ। ਹੁਣ ਪਿੱਛੇ ਜੇ ਬਰਸਾਤਾਂ 'ਚ ਖੁਰਲੀਆਂ ਦੇ ਵਿੱਚ ਅਸੀਂ ਜਿੱਥੇ ਵੀ ਵਿਜ਼ਿਟ ਕੀਤਾ ਦੇਖਿਆ ਉੱਲੀ ਲੱਗੀ ਹੋਈ ਹੈ, ਪੱਠਿਆਂ 'ਚ ਵੀ ਉੱਲੀ ਹੈ, ਪਾਣੀ 'ਚ ਵੀ ਜਿਹੜਾ ਹੈ ਉੱਲੀ ਲੱਗੀ ਹੋਈ ਹੈ। ਉਹ ਆਪਣੀ ਖੁਰਲੀਆਂ ਸਾਫ਼ ਕਰੋ ਲਈ ਤਾਂ ਕਿ ਅੰਦਰੂਨੀ ਤਾਕਤ ਮਿਲੇ ਬਿਮਾਰੀ ਨਾਲ ਲੜਨ ਲਈ। ਉਸ ਲਈ ਉਹਨਾਂ ਨੂੰ ਹਲਦੀ ਜਿਹੜੀ ਹੈ ਉਹ ਪਾਣੀ 'ਚ ਪਾ ਕੇ ਦੇ ਸਕਦੇ ਹੋ, ਪੇੜੇ 'ਚ ਦੇ ਸਕਦੇ ਹੋ ਔਰ ਪੱਠਿਆਂ ਦੇ ਉੱਤੇ ਛਿੜਕ ਕੇ ਵੀ ਦੇ ਸਕਦੇ ਹੋ। ਅੰਦਰੂਨੀ ਤਾਕਤ ਦੇਣੀ ਹੈ ਪਸ਼ੂਆਂ ਨੂੰ, ਦਵਾਈਆਂ ਜ਼ਿਆਦਾ ਨਹੀਂ ਵਰਤਣੀਆਂ ਹੈਗੀਆਂ। ਇਹ ਮੇਰੀ ਰਿਕੁਐਸਟ ਹੈ ਕਿਸਾਨ ਵੀਰਾਂ ਨੂੰ, ਪਸ਼ੂ ਪਾਲਕਾਂ ਨੂੰ। ਇਹ ਵਾਇਰਸ ਨਾਲ ਬਿਲਕੁਲ ਮੌਤ ਨਹੀਂ ਹੈਗੀ। ਦੁਬਾਰਾ ਦੱਸਦੀ ਹਾਂ, ਇਸ ਵਾਇਰਸ ਦੇ ਨਾਲ ਮੌਤ ਦਾ ਜਿਹੜਾ 0.0006% ਹੈਗਾ ਜਿਹੜੀ ਦੇਖਣ 'ਚ ਆਈ ਹੈ। ਮੌਤ ਜਿਹੜੀ ਹੁੰਦੀ ਹੈ ਉਹ ਜਾਂ ਤਾਂ ਐਨੀਮਲ ਜਿਹਨੂੰ ਬਿਲਕੁਲ ਲੁੱਕ ਆਫਟਰ ਨਹੀਂ ਕੀਤਾ ਜਾ ਰਿਹਾ ਉਸ ਦੀ ਹੋਏਗੀ, ਜਾਂ ਬੈਕਟੀਰੀਅਲ ਜਿਹੜੀਆਂ ਸੈਕੰਡਰੀ ਬੈਕਟੀਰੀਅਲ ਇਨਫੈਕਸ਼ਨਸ ਹੈ ਉਸ ਨਾਲ ਹੋਏਗੀ। ਤੁਸੀਂ ਚਮੜੀ ਦੇ ਤਫੜ ਔਰ ਬੁਖਾਰ ਦੇ ਲੈਵਲ ਤੇ ਇਹਨੂੰ ਕੰਟਰੋਲ ਨਹੀਂ ਕਰਦੇ ਹੈਗੇ, ਫਿਰ ਉਹ ਵੱਧਦੀ ਹੈ, ਫਿਰ ਉਹਨੂੰ ਮੂੰਹ ਦੇ ਵਿੱਚ ਜਾਂ ਗਲੇ 'ਚ ਉਹਨੂੰ ਪ੍ਰੋਬਲਮ ਆਉਂਦੀ ਹੈ, ਝੱਗ ਆਉਂਦੀ ਹੈ, ਬੁਖਾਰ ਬਹੁਤ ਤੇਜ਼ ਹੋ ਜਾਂਦਾ ਹੈਗਾ ਆ। ਉਸ ਤੋਂ ਵੀ ਜੇ ਆਪਾਂ ਨਹੀਂ ਕੰਟਰੋਲ ਕਰਦੇ ਤਾਂ ਫਿਰ ਉਹਦੀ ਜਿਹੜੀ ਝਾਲਰ ਲਟਕ ਰਹੀ ਹੈ ਜਾਂ ਹਵਾਨਾ ਏਰੀਆ ਹੈਗਾ ਜਾਂ ਲੱਤਾਂ ਹੇਠਲੀਆਂ ਉਹਦੇ 'ਚ ਸਵੈਲਿੰਗ ਆਣੀ ਸ਼ੁਰੂ ਹੋ ਜਾਂਦੀ ਹੈ। ਇਹ ਅਗਲੀਆਂ ਸਟੇਜਾਂ ਹੈਗੀਆਂ। ਵਾਇਰਸ ਬਹੁਤ ਸੈਂਸਿਟਿਵ ਵਾਇਰਸ ਹੈ। ਜੇ 5 ਮਿੰਟ ਇਹ ਧੁੱਪੇ ਰਹਿ ਜਾਂਦਾ ਹੈ ਤੇ ਵਾਇਰਸ ਮਰ ਜਾਂਦਾ ਹੈ। ਜੇ ਇਸੇ ਲਈ ਜੇ ਆਪਾਂ ਕਹੀਏ ਦੁੱਧ ਦੇ ਵਿੱਚ, ਪਹਿਲੀ ਗੱਲ ਤਾਂ ਇਹ ਵਾਇਰਸ ਹਾਲੇ ਤੱਕ ਕਿਤੇ ਪ੍ਰੂਵ ਨਹੀਂ ਹੋਇਆ ਕਿ ਇਹ ਵਾਇਰਸ ਦੁੱਧ 'ਚ ਆ ਰਿਹਾ ਹੈ। ਜੇਕਰ ਪਸ਼ੂ ਦੀ ਦੁੱਧ ਦੀ ਚੁਆਈ ਕਰਨ ਦੇ ਸਮੇਂ ਜਿਹੜਾ ਬੰਦਾ ਚੁਆਈ ਕਰ ਰਿਹਾ ਉਹਦੇ ਹੱਥਾਂ ਨਾਲ ਜਾਂ ਪਸ਼ੂ ਦਾ ਵਾਲ ਗਿਰਨ ਨਾਲ ਜਾਂ ਉਹਦੀ ਚਮੜੀ ਦਾ ਸੈੱਲ ਗਿਰਨ ਨਾਲ ਦੁੱਧ ਦੇ ਵਿੱਚ ਵਾਇਰਸ ਆ ਵੀ ਰਿਹਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਕਵਲਜੀਤ ਕੰਬੋਜ। ਦੱਸ ਦਈਏ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਪਸ਼ੂ ਨੇ ਉਹ ਜਿਹੜੇ ਲੰਪੀ ਸਕਿਨ ਦੀ ਬਿਮਾਰੀ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ, ਬਿਮਾਰ ਹੋ ਰਹੇ ਨੇ, ਤਾਂ ਉਸ ਨੂੰ ਲੈ ਕੇ ਸਰਕਾਰ ਜਿਹੜੀ ਹੈ ਚਿੰਤਾ ਦੇ ਵਿੱਚ ਆਈ ਹੋਈ ਹੈ। ਤਾਂ ਲਗਾਤਾਰ ਜਿਹੜੀ ਹੈ ਵੈਕਸੀਨੇਸ਼ਨ ਜਿਹੜੀ ਹੈ ਪਸ਼ੂਆਂ ਦੇ ਲਈ ਉਹ ਵੀ ਕੱਢ ਦਿੱਤੀ ਗਈ ਹੈ, ਤਾਂ ਜਿਸ ਦੇ ਨਾਲ ਕਿਹਾ ਜਾਂਦਾ ਹੈ ਕਿ 15 ਦਿਨਾਂ ਦੇ ਵਿੱਚ ਜਿਹੜੇ ਪਸ਼ੂ ਨੇ ਉਹ ਰਿਕਵਰ ਹੋ ਜਾਂਦੇ ਨੇ। ਦੱਸ ਦਈਏ ਕਿ ਹੁਣ ਕਿਹਾ ਜਾ ਰਿਹਾ ਸੀਗਾ ਕਿ ਦੁੱਧ ਪੀਣ ਵਾਲੇ ਜਿਹੜੇ ਲੋਕ ਨੇ ਤਾਂ ਉਹ ਵੀ ਚਿੰਤਾ ਦੇ ਵਿੱਚ ਨੇ ਕਿ ਦੁੱਧ ਜਿਹੜਾ ਹੈ ਤਾਂ ਉਹ ਵੀ ਪ੍ਰਭਾਵਿਤ ਹੋਵੇਗਾ ਇਹਨਾਂ ਪਸ਼ੂਆਂ ਦੇ ਪ੍ਰਭਾਵਿਤ ਹੋਣ ਦੇ ਨਾਲ। ਕਿਤਨਾ ਕਿਤੇ ਜਿਹੜੇ ਸਰਕਾਰ ਤੇ ਜਿਹੜਾ ਡਾਕਟਰਾਂ ਦੀ ਟੀਮਾਂ ਨੇ ਤਾਂ ਉਹ ਕਿਤਨਾ ਕਿਤੇ ਇਸ ਨੂੰ ਜਿਹੜਾ ਹੱਲ ਲੱਭਣ ਦੇ ਵਿੱਚ ਲੱਗੀਆਂ ਹੋਈਆਂ ਨੇ। ਤਾਂ ਇਸ ਵੇਲੇ ਅਸੀਂ ਪਟਿਆਲਾ ਦੇ ਜਿਹੜਾ ਕਿ ਵੈਟਰਨਰੀ ਜਿਹੜਾ ਕਲੀਨਿਕ ਹੈ ਤਾਂ ਉੱਥੇ ਮੌਜੂਦ ਹਾਂ, ਜਿੱਥੇ ਕਿ ਜਿਹੜੇ ਸੀਨੀਅਰ ਡਾਕਟਰਸ ਨੇ ਜਿਹੜੇ ਇਹ ਪਸ਼ੂ ਦੇ, ਤਾਂ ਉਹ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਆਖਿਰਕਾਰ ਇਹ ਕਿੱਥੋਂ ਸ਼ੁਰੂਆਤ ਹੋਈ ਸੀਗੀ, ਤਾਂ ਕੀ ਕੁਝ ਇਸ ਦੇ ਸਿੰਪਟਮਸ ਨੇ, ਤਾਂ ਕਿਸ ਤਰ੍ਹਾਂ ਇਹ ਜਿਹੜਾ ਪਸ਼ੂਆਂ ਦੇ ਵਿੱਚ ਪਾਇਆ ਜਾਂਦਾ। ਤਾਂ ਸੁਰਿੰਦਰ ਕੌਰ ਜਿਹੜੇ ਮੈਡਮ ਨੇ ਸੀਨੀਅਰ ਜਿਹੜੇ ਵੈਟਰਨਰੀ ਆਫਿਸਰ ਨੇ ਤਾਂ ਉਹ ਸਾਡੇ ਨਾਲ ਨੇ, ਤਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ। ਲੇਕਿਨ ਸਭ ਤੋਂ ਪਹਿਲਾਂ ਅੰਦਰ ਲੈ ਚੱਲਦੇ ਹਾਂ, ਤੁਹਾਨੂੰ ਦਿਖਾਵਾਂਗੇ ਕਿ ਲਗਾਤਾਰ ਜਿਹੜਾ ਕੀ ਕਿਹਾ ਜਾਂਦਾ ਕਿ ਗਊਆਂ ਦੇ ਵਿੱਚ, ਮੱਝਾਂ ਦੇ ਵਿੱਚ ਤਾਂ ਹੁਣ ਸ਼ੁਰੂਆਤ ਜਿਹੜੀ ਹੈ ਮੱਝਾਂ ਦੇ ਵਿੱਚ ਵੀ ਹੋ ਚੁੱਕੀ ਹੈ ਨਾ ਵਾਇਰਸ ਦੀ। ਤਾਂ ਕੀ ਕੁਝ ਇਸ ਦੇ ਸਿੰਪਟਮਸ ਨੇ, ਕਿਸ ਤਰ੍ਹਾਂ ਇਹ ਪਾਇਆ ਜਾਂਦਾ, ਤਾਂ ਉਹ ਵੀ ਗੱਲਬਾਤ ਕਰਾਂਗੇ। ਤਸਵੀਰਾਂ ਅੰਦਰ ਦਿਖਾਉਂਦੇ ਇਸ ਹਸਪੀਟਲ ਦੀਆਂ ਜਿੱਥੇ ਕਿ ਜਿਹੜੇ ਲਗਾਤਾਰ ਜਿਹੜਾ ਕਿ ਇਲਾਜ ਜਿਹੜਾ ਉਹ ਚੱਲਦਾ ਹੈ, ਤਾਂ ਗੱਲਬਾਤ ਵੀ ਕਰਾਂਗੇ ਮੈਡਮ ਉਹਨਾਂ ਦੇ ਨਾਲ। ਲੇਕਿਨ ਤਸਵੀਰਾਂ ਸਭ ਤੋਂ ਪਹਿਲਾਂ ਦਿਖਾ ਦਿੰਦੇ ਇੱਥੇ ਦੀਆਂ ਕਿ ਇੱਥੇ ਇਲਾਜ ਜਿਹੜਾ ਹੁੰਦਾ। ਤਾਂ ਲਗਾਤਾਰ ਲੋਕ ਜਿਹੜੇ ਨੇ ਪਿੰਡਾਂ ਤੋਂ ਆਉਣੇ ਪਸ਼ੂ ਇੱਥੇ ਲੈ ਕੇ ਪਹੁੰਚਦੇ ਨੇ, ਗੱਲਬਾਤ ਕਰਦੇ ਨੇ। ਤਾਂ ਗੱਲਬਾਤ ਕਰਾਂਗੇ ਮੈਡਮ ਉਹਨਾਂ ਦੇ ਨਾਲ ਜਿਹੜੇ ਕਿ ਸੁਰਿੰਦਰ ਕੌਰ ਮੈਡਮ ਜਿਹੜੇ ਸੀਨੀਅਰ ਵੈਟਰਨਰੀ ਆਫਿਸਰ ਨੇ। ਮੈਡਮ ਤੋਂ ਜਾਣਾਂਗੇ ਕਿ ਮੈਡਮ ਇਸ ਦੇ ਸਿੰਪਟਮਸ ਕੀ ਨੇ, ਬਿਮਾਰੀ ਕਿਸ ਤਰ੍ਹਾਂ ਸ਼ੁਰੂਆਤ ਹੁੰਦੀ ਹੈ ਮੱਝਾਂ ਦੇ ਵਿੱਚ ਤਾਂ ਗਊਆਂ ਦੇ ਵਿੱਚ। ਇਹ ਪਹਿਲਾਂ ਤੇ ਇਹ ਧਾਰਨਾ ਖਤਮ ਕਰੋ, ਇਹ ਮੱਝਾਂ ਦੀ ਬਿਮਾਰੀ ਨਹੀਂ ਹੈ। ਇਹ ਬੇਸਿਕਲੀ ਬਿਮਾਰੀ ਜਿਹੜੀ ਹੈ ਗਊਆਂ ਦੀ ਬਿਮਾਰੀ ਹੈ। ਇਹਦੀ ਸ਼ੁਰੂਆਤ ਜਿਹੜੀ ਹੈ ਮੱਖੀ, ਮੱਛਰ, ਚਿੱਚੜ ਦੇ ਕੱਟਣ ਦੇ ਨਾਲ ਹੈ। ਟ੍ਰਾਂਸਮਿਸ਼ਨ ਜਿਹੜਾ ਹੈਗਾ ਇੱਕ ਜਾਨਵਰ ਤੋਂ ਦੂਸਰੇ ਜਾਨਵਰ, ਮੱਖੀ, ਮੱਛਰ, ਚਿੱਚੜ ਦੇ ਨਾਲ ਹੋ ਰਿਹਾ ਹੈਗਾ। ਇਹ ਮੱਖੀ, ਮੱਛਰ, ਚਿੱਚੜ ਤੋਂ ਤੁਸੀਂ ਬਚਾਅ ਕਰੋ ਪਸ਼ੂਆਂ ਦਾ। ਇੱਕ ਦੂਸਰੇ ਤੋਂ ਟ੍ਰਾਂਸਫਰ ਐਦਾਂ ਨਹੀਂ ਹੈ ਸਿੱਧਾ, ਮੱਖੀ ਇਧਰੋਂ ਉੱਠ ਕੇ ਉਧਰ ਜਾਂਦੀ ਹੈ ਤਾਂ ਟ੍ਰਾਂਸਫਰ ਹੈ, ਜਾਂ ਤੁਸੀਂ ਪਸ਼ੂਆਂ ਨੂੰ ਨੇੜੇ ਨੇੜੇ ਬੰਨ੍ਹਦੇ, ਉਹਨਾਂ ਦੇ ਪਿਸ਼ਾਬ ਦੇ ਛਿੱਟੇ ਵਗੈਰਾ ਪੈਂਦੇ ਇੱਕ ਦੂਸਰੇ ਤੇ, ਜਾਂ ਇੱਕੋ ਜਗ੍ਹਾ ਤੇ ਉਹ ਪਾਣੀ ਪੀ ਰਹੇ ਹੈ, ਉਹਦੇ ਨਾਲ ਇਹਦੀ ਟ੍ਰਾਂਸਫਰ ਜਿਹੜੀ ਹੈ ਇੱਕ ਐਨੀਮਲ ਤੋਂ ਦੂਸਰੇ ਐਨੀਮਲ ਹੋ ਰਹੀ ਹੈ। ਬੇਸਿਕਲੀ ਵਾਇਰਸ ਜਿਹੜਾ ਹੈਗਾ ਆ ਇਹ ਸਭ ਤੋਂ ਪਹਿਲਾਂ ਤਾਂ ਇਹਦੀ ਚਮੜੀ ਨੂੰ ਇਫੈਕਟ ਕਰਦਾ ਹੈਗਾ, ਲੰਪੀ ਸਕਿਨ ਡਿਜ਼ੀਜ਼ ਇਸੇ ਲਈ ਇਹਦਾ ਨਾਮ ਹੈਗਾ। ਤੇ ਚਮੜੀ ਨੂੰ ਜਿਹੜਾ ਇਫੈਕਟ ਕਰ ਰਿਹਾ ਉਹ ਥੋੜਾ ਟੈਂਪਰੇਚਰ, ਕਿਉਂਕਿ ਜਦੋਂ ਬਾਡੀ ਰਿਐਕਟ ਕਰਦੀ ਹੈ ਕਿਸੇ ਵੀ ਚੀਜ਼ ਨੂੰ ਤਾਂ ਉਹਨੂੰ ਟੈਂਪਰੇਚਰ ਹੁੰਦਾ ਹੈ, ਬੁਖਾਰ ਹੁੰਦਾ ਹੈ। ਬੁਖਾਰ ਦਾ ਟ੍ਰੀਟਮੈਂਟ ਜਿਹੜਾ ਹੈਗਾ ਉਹ ਤੁਸੀਂ ਨਾਰਮਲੀ ਪ੍ਰੋਬਲਮ ਸਾਨੂੰ ਕੀ ਆ ਰਹੀ ਹੈ, ਫਾਰਮਰ ਆਪਣੇ ਲੈਵਲ ਤੇ ਬੜੇ ਤੇਜ਼ ਦਵਾਈਆਂ ਆਪੇ ਹੀ ਲਾ ਦਿੰਦਾ ਹੈਗਾ, ਜਿਹਦੇ ਕਰਕੇ ਪਸ਼ੂ ਦਾ ਇਮਿਊਨਿਟੀ ਸਿਸਟਮ ਜਿਹੜਾ ਹੈਗਾ ਹੋਰ ਵੀ ਵੀਕ ਹੋ ਜਾਂਦਾ ਆ ਔਰ ਉਹਦੇ ਲਿਵਰ ਤੇ ਜਿਹੜਾ ਪ੍ਰੈਸ਼ਰ ਪੈਂਦਾ ਆ, ਜਿਸ ਕਰਕੇ ਉਹ ਬਿਮਾਰੀ ਫਿਰ ਉਹਦੇ 'ਚ ਹੋਰ ਵੱਧ ਜਾਂਦੀ ਹੈ। ਸੋ ਆਪਾਂ
ਪ੍ਰੀਕਾਸ਼ਨ ਜਿਹੜੀ ਹੈ, ਬਚਾਅ ਜਿਹੜਾ ਹੈ ਉਹ ਇਹ ਕਰਨਾ ਹੈ। ਤੁਸੀਂ ਦੇਸੀ ਤੌਰ ਤੇ ਜੇ ਦੇਖੋ ਹਰ ਪਾਸੇ ਆਪਣਾ ਨਿੰਮ ਦੀ ਨਿਮੋਲੀਆ ਜਿਹੜੀਆਂ ਉਹ ਉਬਾਲ ਕੇ ਪਾਣੀ 'ਚ ਉਸ ਪਾਣੀ ਦਾ ਛਿੜਕਾਵ ਸ਼ੁਰੂ ਕਰ ਦਿਓ। ਪਸ਼ੂਆਂ ਦੇ ਉੱਪਰ ਵੀ, ਫਰਸ਼ ਤੇ ਵੀ ਖੁਰਲੀਆਂ ਨੂੰ ਚੰਗੀ ਤਰ੍ਹਾਂ ਧੋਵੋ। ਹੁਣ ਪਿੱਛੇ ਜੇ ਬਰਸਾਤਾਂ 'ਚ ਖੁਰਲੀਆਂ ਦੇ ਵਿੱਚ ਅਸੀਂ ਜਿੱਥੇ ਵੀ ਵਿਜ਼ਿਟ ਕੀਤਾ ਦੇਖਿਆ ਉੱਲੀ ਲੱਗੀ ਹੋਈ ਹੈ, ਪੱਠਿਆਂ 'ਚ ਵੀ ਉੱਲੀ ਹੈ, ਪਾਣੀ 'ਚ ਵੀ ਜਿਹੜਾ ਹੈ ਉੱਲੀ ਲੱਗੀ ਹੋਈ ਹੈ। ਉਹ ਆਪਣੀ ਖੁਰਲੀਆਂ ਸਾਫ਼ ਕਰੋ। ਖੁਰਲੀਆਂ 'ਚ ਪਾਣੀ ਦੇ ਵਿੱਚ ਥੋੜੀ ਥੋੜੀ ਲਾਲ ਦਵਾਈ ਜੇ ਤੁਸੀਂ ਰੋਜ਼ ਪਾਉਂਦੇ ਹੋ, ਬਿਲਕੁਲ ਥੋੜੀ ਚੁਟਕੀ ਦੇ ਹਿਸਾਬ ਨਾਲ, ਤਾਂ ਕਿ ਉਹਦਾ ਹਲਕਾ ਜਿਹਾ ਅਸਰ ਆਉਣਾ ਚਾਹੀਦਾ, ਲਾਲ ਰੰਗ ਨਹੀਂ ਕਰਨਾ। ਜੇ ਰੂਟੀਨ 'ਚ ਪਸ਼ੂ ਉਹ ਲਾਲ ਦਵਾਈ ਵਾਲਾ ਪਾਣੀ ਪੀਂਦੇ ਆ, ਉਹਨਾਂ 'ਚ ਬਹੁਤ ਹੱਦ ਤੱਕ ਬਚਾਵ ਰਹੇਗਾ। ਫਿਰ ਤੁਸੀਂ ਪਸ਼ੂਆਂ ਨੂੰ ਇਮਿਊਨ ਸਿਸਟਮ ਉਹਨਾਂ ਦਾ ਇੰਪਰੂਵ ਕਰਨ ਲਈ, ਤਾਂ ਕਿ ਅੰਦਰੂਨੀ ਤਾਕਤ ਮਿਲੇ ਬਿਮਾਰੀ ਨਾਲ ਲੜਨ ਲਈ, ਉਸ ਲਈ ਉਹਨਾਂ ਨੂੰ ਹਲਦੀ ਜਿਹੜੀ ਹੈ ਉਹ ਪਾਣੀ 'ਚ ਪਾ ਕੇ ਦੇ ਸਕਦੇ ਹੋ, ਪੇੜੇ 'ਚ ਦੇ ਸਕਦੇ ਹੋ, ਔਰ ਪੱਠਿਆਂ ਦੇ ਉੱਤੇ ਛਿੜਕ ਕੇ ਵੀ ਦੇ ਸਕਦੇ ਹੋ। ਅੰਦਰੂਨੀ ਤਾਕਤ ਦੇਣੀ ਹੈ ਪਸ਼ੂਆਂ ਨੂੰ। ਦਵਾਈਆਂ ਜ਼ਿਆਦਾ ਨਹੀਂ ਵਰਤਣੀਆਂ ਹੈਗੀਆਂ। ਇਹ ਮੇਰੀ ਰਿਕੁਐਸਟ ਹੈ ਕਿਸਾਨ ਵੀਰਾਂ ਨੂੰ, ਪਸ਼ੂ ਪਾਲਕਾਂ ਨੂੰ, ਵੀ ਮਹਿੰਗੀਆਂ ਦਵਾਈਆਂ ਵਰਤ ਕੇ ਆਪਾਂ ਇੱਕ ਤਾਂ ਜਿੱਥੇ ਪੈਸੇ ਦਾ ਨੁਕਸਾਨ ਕਰ ਰਹੇ ਹਾਂ, ਉੱਥੇ ਆਪਾਂ ਪਸ਼ੂ ਦੇ ਲਿਵਰ ਤੇ ਜ਼ੋਰ ਪਾ ਰਹੇ ਹਾਂ, ਔਰ ਪਸ਼ੂ ਬਿਮਾਰੀ ਹੋਣ ਤੋਂ ਪਹਿਲਾਂ ਹੀ ਇੰਨਾ ਕਿ ਕਮਜ਼ੋਰ ਹੋ ਜਾਂਦਾ ਵੀ ਬਿਮਾਰੀ ਹੋਰ ਸੈਕੰਡਰੀ ਬੈਕਟੀਰੀਅਲ ਇਨਫੈਕਸ਼ਨਸ ਜਿਹੜੀਆਂ ਉਹ ਹੁੰਦੀਆਂ। ਇਹ ਵਾਇਰਸ ਨਾਲ ਬਿਲਕੁਲ ਮੌਤ ਨਹੀਂ ਹੈਗੀ। ਦੁਬਾਰਾ ਦੱਸਦੀ ਹਾਂ, ਇਸ ਵਾਇਰਸ ਦੇ ਨਾਲ ਮੌਤ ਦਾ ਜਿਹੜਾ 0.0006% ਹੈਗਾ ਹੈ, ਜਿਹੜੀ ਦੇਖਣ 'ਚ ਆਈ ਹੈ। ਮੌਤ ਜਿਹੜੀ ਹੁੰਦੀ ਹੈ ਉਹ ਜਾਂ ਤਾਂ ਐਨੀਮਲ ਜਿਹਨੂੰ ਬਿਲਕੁਲ ਲੁੱਕ ਆਫਟਰ ਨਹੀਂ ਕੀਤਾ ਜਾ ਰਿਹਾ ਉਸ ਦੀ ਹੋਏਗੀ, ਜਾਂ ਬੈਕਟੀਰੀਅਲ ਜਿਹੜੀਆਂ ਸੈਕੰਡਰੀ ਬੈਕਟੀਰੀਅਲ ਇਨਫੈਕਸ਼ਨਸ ਹੈ ਉਸ ਨਾਲ ਹੋਏਗੀ। ਅਦਰਵਾਈਜ਼ ਜੇ ਤੁਸੀਂ ਐਨੀਮਲ ਨੂੰ ਰੂਟੀਨ ਦੇ ਵਿੱਚ ਧਿਆਨ ਰੱਖਦੇ ਹੋ, ਮੱਖੀ ਮੱਛਰ ਚਿੱਚੜ ਦਾ ਧਿਆਨ ਰੱਖਦੇ ਹੋ, ਉਹਨੂੰ ਅੰਦਰੂਨੀ ਤਾਕਤ ਦੇ ਲਈ ਚੀਜ਼ਾਂ ਦੇ ਰਹੇ ਹੋ, ਬਿਮਾਰ ਜਾਨਵਰ ਨੂੰ ਦੂਜਿਆਂ ਤੋਂ ਅਲੱਗ ਕਰ ਦਿੰਦੇ ਹੋ, ਬਚਾਵ ਰੱਖਦੇ ਹੋ, ਪੀਣ ਦੇ ਪਾਣੀ ਦੇ ਵਿੱਚ ਲਾਲ ਦਵਾਈ ਪਾਉਂਦੇ ਹੋ, ਤਾਂ ਕੋਈ ਵੀ ਮੌਤ ਦਾ ਕਾਰਨ ਇਹ ਬਿਮਾਰੀ ਨਹੀਂ ਹੈਗੀ। ਇੱਕ ਹੋਰ ਮੇਰੀ ਰਿਕੁਐਸਟ ਹੈ ਕਿ ਸਾਰੇ ਲੋਕ ਕਹਿ ਰਹੇ ਹੈ ਵੈਕਸੀਨੇਸ਼ਨ ਕਰ ਦਿਓ। ਵੈਕਸੀਨ ਹਮੇਸ਼ਾ ਉਦੋਂ ਹੁੰਦੀ ਹੈ ਜਦੋਂ ਬਿਮਾਰੀ ਨਾ ਹੋਵੇ। ਜਦੋਂ ਬਿਮਾਰੀ ਆ ਗਈ, ਜਿਸ ਏਰੀਏ 'ਚ ਬਿਮਾਰੀ ਆ ਗਈ, ਉੱਥੇ ਜੇ ਤੁਸੀਂ ਵੈਕਸੀਨ ਲਗਾਓਗੇ, ਵੈਕਸੀਨ ਕੀ ਹੈ? ਲਾਈਵ ਵਾਇਰਸ ਵੈਕਸੀਨ ਹੈਗੀ ਹੈ। ਉਹ ਤਾਂ ਜਿਹੜੇ ਵਾਇਰਸ ਤੋਂ ਅਸੀਂ ਬਚਾਅ ਕਰਨ ਲਈ ਕਹਿ ਰਹੇ ਹੋ, ਉਹ ਵਾਇਰਸ ਤੁਸੀਂ ਉਹਦੇ ਅੰਦਰ ਇੰਜੈਕਟ ਕਰਵਾ ਰਹੇ ਹੋ ਸਾਡੇ ਤੋਂ। ਜੇ ਤੁਸੀਂ ਉਹ ਲਾਈਵ ਵਾਇਰਸ ਵੈਕਸੀਨ ਪਸ਼ੂ ਦੇ ਵਿੱਚ ਹੁਣ ਲਗਾਓਗੇ, ਜਦੋਂ ਉਹਦੇ ਆਲੇ ਦੁਆਲੇ ਜਾਨਵਰਾਂ ਨੂੰ ਬਿਮਾਰੀ ਹੋਈ ਪਈ ਹੈ, ਤਾਂ ਉਹਦਾ ਸਗੋਂ ਬਚਾਅ ਕਰਨਾ ਸਾਨੂੰ ਔਖਾ ਹੋ ਜਾਏਗਾ। ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਜੇਕਰ ਪਸ਼ੂ ਹੈਲਦੀ ਹੈ, ਬਿਲਕੁਲ ਠੀਕ ਹੈ, ਆਸ-ਪਾਸ ਬਿਮਾਰੀ ਨਹੀਂ ਹੈ, ਤਾਂ ਵੈਕਸੀਨ ਲਗਵਾਓ, ਵਰਨਾ ਇਲਾਜ ਕਰਵਾਓ। ਇਲਾਜ ਦੇ ਲਈ ਸਾਡੀ ਹੈਲਪਲਾਈਨ ਜਿਹੜੀ ਹੈ ਉਹ ਹਰ ਵੇਲੇ ਓਪਨ ਹੈਗੀ ਹੈ। ਅਸੀਂ ਜਿੱਥੇ ਵੀ ਸਾਨੂੰ ਰਿਕੁਐਸਟ ਆਉਂਦੀ ਹੈ ਉੱਥੇ ਟੀਮ ਭੇਜਦੇ ਹਾਂ, ਔਰ ਟੀਮ ਜਿਹੜੀ ਹੈ ਤੁਹਾਨੂੰ ਬਚਾਅ ਬਾਰੇ ਵੀ ਦੱਸਦੀ ਹੈ, ਇਲਾਜ ਵੀ ਕਰਦੀ ਹੈ। ਬਚਾਅ ਬਾਰੇ ਤੁਸੀਂ ਸਾਨੂੰ ਫੋਨ ਕਰਕੇ ਵੀ ਕਦੀ ਵੀ ਪੁੱਛ ਸਕਦੇ ਹੋ। ਹਰ ਓਪਨ ਹੈ। ਮੈਡਮ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲਾਈਵ ਵੈਕਸੀਨ ਜਿਹੜੀ ਹੈ ਹੈਲਦੀ ਪਸ਼ੂਆਂ ਦਾ ਇਲਾਜ ਕਰ ਸਕਦੀ ਹੈ, ਲੇਕਿਨ ਜਿਹੜੇ ਪ੍ਰਭਾਵਿਤ ਪਸ਼ੂ ਨੇ ਤਾਂ ਉਹਨਾਂ ਦਾ ਹੱਲ ਕੀ ਹੈ, ਉਹਨਾਂ ਦਾ ਇਲਾਜ ਕੀ ਹੈ? ਉਹਨਾਂ ਦਾ ਇਲਾਜ ਦੇਖੋ, ਸਭ ਤੋਂ ਪਹਿਲੀ ਚੀਜ਼ ਜਿਹੜੀ ਇਹੀ ਮੈਂ ਬਚਾਵ ਦੱਸਿਆ, ਮੱਖੀ ਮੱਛਰ ਚਿੱਚੜ ਤੋਂ ਬਚਾਵ ਕਰੋ। ਦੂਸਰਾ, ਤੁਸੀਂ ਘਰ ਦੇ ਅੰਦਰ ਬਾਹਰ ਆ ਜਾ ਰਹੇ ਹੋ, ਤੁਹਾਡੇ ਪੜੋਸੀ ਆ ਜਾ ਰਹੇ ਆ, ਉਸ ਚੀਜ਼ ਤੋਂ ਪੈਰਾਂ ਦੇ ਨਾਲ, ਸਾਡੇ ਆਪਣੇ ਕੱਪੜਿਆਂ ਦੇ ਨਾਲ ਬਿਮਾਰੀ ਫੈਲ ਰਹੀ ਹੈ। ਇਸ ਲਈ ਘਰਾਂ ਦੇ ਦਹਲੀਜ਼ ਤੇ ਦਰਵਾਜ਼ਿਆਂ 'ਚ ਬਾਹਰੋਂ ਜਿੱਥੋਂ ਆਉਂਦੇ ਹੋ ਉੱਥੇ ਕਲੀ ਪਾਓ, ਚੂਨਾ ਪਾਓ, ਤਾਂ ਕਿ ਤੁਹਾਡਾ ਮੋਟਰਸਾਈਕਲ ਸਕੂਟਰ ਵੀ ਉਹਦੇ 'ਚੋਂ ਹੋ ਕੇ ਨਿਕਲੇ, ਤੁਹਾਡੇ ਪੈਰ ਵੀ ਉਹਦੇ 'ਚੋਂ ਹੋ ਕੇ ਨਿਕਲਣ। ਤੀਸਰੇ ਜਿਹੜਾ ਹੈਗਾ ਆ ਸਪਰੇ ਜ਼ਰੂਰੀ ਹੈਗਾ ਹੈ। ਜੇ ਸਪਰੇ ਤੁਸੀਂ ਕੈਮੀਕਲ ਕਰਨਾ ਚਾਹੁੰਦੇ ਹੋ ਤੇ 2% ਸੋਡੀਅਮ ਹਾਈਪੋਕਲੋਰਾਈਡ ਸੋਲੂਸ਼ਨ ਹੈ, ਵਰਨਾ ਤੁਸੀਂ ਫਿਨਾਇਲ ਯੂਜ਼ ਕਰ ਸਕਦੇ ਹੋ, ਫਰਸ਼ ਧੋਣ ਲਈ ਫਿਨਾਇਲ ਯੂਜ਼ ਕਰ ਸਕਦੇ ਹੋ, ਜਾਂ ਸਿੰਪਲ ਤੁਸੀਂ ਜਿਹੜੀ ਨਿੰਮ ਹੈਗੀ ਹੈ ਉਹਦੇ ਪੱਤਿਆਂ ਨੂੰ ਸਾੜ ਕੇ ਉਸ ਦਾ ਧੂਆਂ ਕਰ ਸਕਦੇ ਹੋ, ਜਾਂ ਨਿੰਮ ਉਬਾਲ ਕੇ ਉਹ ਪਾਣੀ ਜਿਹੜਾ ਆ ਉਹਦੀ ਸਪਰੇ ਕਰ ਸਕਦੇ ਹੋ। ਇਹ ਬਚਾਅ ਹੋ ਗਿਆ। ਦੂਸਰਾ ਬਚਾਅ ਉਹੀ ਹੈਗਾ ਹੈ ਵੀ ਪਸ਼ੂਆਂ ਨੂੰ ਅੰਦਰੂਨੀ ਤਾਕਤ ਦਵੋ। ਤੀਸਰੇ, ਜਿਹਦੇ ਚਮੜੀ ਦੇ ਉੱਤੇ ਤੁਹਾਨੂੰ ਕੋਈ ਵੀ ਹਲਕਾ ਜਿਹਾ ਜਦੋਂ ਸਿੰਪਟਮਸ ਸ਼ੁਰੂ ਹੁੰਦੇ ਹੈਗੇ, ਅਸੀਂ ਵੈਸੇ ਆ ਨਹੀਂ ਕਵਾਂਗੇ ਵੀ ਖੁਦ ਇਲਾਜ ਕਰੋ, ਸਰਕਾਰੀ ਡਾਕਟਰ ਨੂੰ ਕੰਟੈਕਟ ਕਰੋ। ਅਦਰਵਾਈਜ਼ ਏਵਲ ਦਾ ਇੰਜੈਕਸ਼ਨ ਜਿਹੜਾ ਹੈਗਾ ਸਿੰਪਲ, ਉਹਦੇ ਨਾਲ ਸ਼ੁਰੂਆਤ ਹੁੰਦੀ ਹੈ ਇਲਾਜ ਦੀ। ਸਿੰਪਲ ਬੁਖਾਰ ਦੀਆਂ ਗੋਲੀਆਂ ਦੇਣ ਨਾਲ ਸ਼ੁਰੂਆਤ ਹੁੰਦੀ ਹੈ, ਨਾ ਕਿ ਤੁਸੀਂ ਵੱਡੇ ਵੱਡੇ ਐਂਟੀਬਾਇਓਟਿਕਸ ਜਿਹੜੇ ਹੈ ਉਹ ਖੁਦ ਹੀ ਲਗਾਈ ਜਾ ਰਹੇ ਆ ਫਾਰਮਰਸ, ਜਿਹਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਵੱਧ ਰਹੀ ਹੈ। ਜਿਨ੍ਹਾਂ ਪਸ਼ੂਆਂ ਦੇ ਵਿੱਚ ਮੈਡਮ ਇਹ ਵਾਇਰਸ ਪਾਇਆ ਜਾ ਰਿਹਾ, ਤਾਂ ਉਹਨਾਂ ਨੂੰ ਕੀ ਕੁਝ ਬਿਮਾਰੀ ਹੋ ਰਹੀ ਹੈ? ਜਿਸ ਤਰ੍ਹਾਂ ਕਹਿ ਲਈਏ ਕਿ ਪਹਿਲਾਂ ਵੀ ਇੰਟਰਵਿਊ ਸੁਣੀ ਡਾਕਟਰ ਸਾਹਿਬ ਦੀਆਂ ਕਿ ਜਿਸ ਤਰ੍ਹਾਂ ਲੱਤਾਂ ਸੁੱਜ ਜਾਂਦੀਆਂ ਨੇ, ਹਨਾ, ਮੂੰਹ ਦੇ ਵਿੱਚੋਂ ਪਾਣੀ ਨਿਕਲਦਾ, ਨੱਕ ਦੇ ਵਿੱਚੋਂ ਪਾਣੀ ਨਿਕਲਦਾ, ਬੁਖਾਰ ਹੋ ਜਾਂਦਾ ਹੈ,
ਤਾਂ ਇਸ ਤਰ੍ਹਾਂ ਦੇ ਸਿੰਪਟਮਸ ਪਾਏ ਜਾਂਦੇ ਨੇ। ਤਾਂ ਕੀ ਕੁਝ ਇਸਦੇ ਤੁਸੀਂ ਠੀਕ ਦੱਸਿਆ। ਪਹਿਲੀ ਸ਼ੁਰੂਆਤ ਜਿਹੜੀ ਹੈਗੀ ਹੈ ਚਮੜੀ ਤੋਂ ਹੈਗੀ, ਚਮੜੀ ਦੇ ਉੱਪਰ ਜਿਹੜੇ ਹੈ ਧੱਫੜ ਵਾਂਗੂ ਹੁੰਦੇ ਆ, ਉਸ ਤੋਂ ਬਾਅਦ ਬੁਖਾਰ ਦੇਖਣ 'ਚ ਆਇਆ। ਜੇ ਇਸ ਸਟੇਜ ਤੇ ਆਪਾਂ ਕੰਟਰੋਲ ਕਰ ਲੈਂਦੇ ਆ ਤਾਂ ਪਸ਼ੂ ਦੀ ਰਿਕਵਰੀ ਬਹੁਤ ਵਧੀਆ ਹੈਗੀ ਹੈ, ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਜੇ ਇੱਥੇ ਆਪਾਂ ਕੰਟਰੋਲ ਨਹੀਂ ਕਰਦੇ ਫਿਰ ਉਹ ਵੱਧਦੀ ਹੈ, ਫਿਰ ਉਹ ਉਹਦੇ ਰੈਸਪੀਰੇਟਰੀ ਸਿਸਟਮ 'ਚ ਜਾਂਦੀ ਹੈ। ਜਿਵੇਂ ਤੁਹਾਨੂੰ ਯਾਦ ਹੋਏਗਾ ਕਰੋਨਾ ਦਾ ਵੀ, ਜਦੋਂ ਰੈਸਪੀਰੇਟਰੀ, ਜਦੋਂ ਲੰਗਸ ਇਫੈਕਟ ਹੁੰਦੇ ਆ, ਸਾਹ ਲੈਣਾ ਔਖਾ ਹੋ ਜਾਂਦਾ ਹੈ, ਉਦੋਂ ਜ਼ਿਆਦਾ ਸੀਰੀਅਸਨੈਸ ਵੱਧ ਜਾਂਦੀ ਹੈ। ਇਦਾਂ ਹੀ ਪਸ਼ੂਆਂ ਦੇ ਵਿੱਚ ਜੇਕਰ ਤੁਸੀਂ ਚਮੜੀ ਦੇ ਧੱਫੜ ਔਰ ਬੁਖਾਰ ਦੇ ਲੈਵਲ ਤੇ ਇਹਨੂੰ ਕੰਟਰੋਲ ਨਹੀਂ ਕਰਦੇ ਹੈਗੇ, ਫਿਰ ਉਹ ਵੱਧਦੀ ਹੈ, ਫਿਰ ਉਹਨੂੰ ਮੂੰਹ ਦੇ ਵਿੱਚ ਜਾਂ ਗਲੇ 'ਚ ਉਹਨੂੰ ਪ੍ਰੋਬਲਮ ਆਉਂਦੀ ਹੈ, ਝੱਗ ਆਉਂਦੀ ਹੈ, ਬੁਖਾਰ ਬਹੁਤ ਤੇਜ਼ ਹੋ ਜਾਂਦਾ ਹੈਗਾ ਆ। ਉਸ ਤੋਂ ਵੀ ਜੇ ਆਪਾਂ ਨਹੀਂ ਕੰਟਰੋਲ ਕਰਦੇ ਤਾਂ ਫਿਰ ਉਹਦੀ ਜਿਹੜੀ ਝਾਲਰ ਲਟਕ ਰਹੀ ਹੈ ਜਾਂ ਹਵਾਨਾ ਏਰੀਆ ਹੈਗਾ ਜਾਂ ਲੱਤਾਂ ਹੇਠਲੀਆਂ, ਉਹਦੇ 'ਚ ਸਵੈਲਿੰਗ ਆਣੀ ਸ਼ੁਰੂ ਹੋ ਜਾਂਦੀ ਹੈ। ਇਹ ਅਗਲੀਆਂ ਸਟੇਜਾਂ ਹੈਗੀਆਂ। ਤੇ ਸਾਡੀ ਬੇਨਤੀ ਇਹੀ ਹੈ ਵੀ ਤੁਸੀਂ ਧੱਫੜ ਔਰ ਬੁਖਾਰ ਦੇ ਲੈਵਲ ਤੇ ਹੀ ਇਹਨੂੰ ਕੰਟਰੋਲ ਕਰ ਲਓ। ਸਰਕਾਰੀ ਡਾਕਟਰ, ਸਰਕਾਰੀ ਤੁਹਾਡੀ ਡਿਸਪੈਂਸਰੀਆਂ ਹੈਗੀਆਂ, ਉਹਨਾਂ ਨੂੰ ਸੰਪਰਕ ਕਰੋ, ਸਾਨੂੰ ਸੰਪਰਕ ਕਰੋ, ਜ਼ਿਲ੍ਹਾ ਹੈਲਪਲਾਈਨ ਨੰਬਰ ਹੈ ਉੱਥੇ ਸੰਪਰਕ ਕਰੋ, ਸਾਡੀਆਂ ਟੀਮਾਂ ਜਾ ਕੇ ਦੱਸਣਗੀਆਂ। ਅਗਲੀ ਸਟੇਜ ਤੱਕ ਨਾ ਜਾਓ। ਉਸ ਤੋਂ ਬਾਅਦ ਜੇਕਰ ਪਸ਼ੂ ਦੀ ਰੱਬ ਨਾ ਕਰੇ ਮੌਤ ਹੋ ਜਾਂਦੀ ਹੈ ਤਾਂ ਕਿਰਪਾ ਕਰਕੇ ਤੁਸੀਂ ਉਸ ਪਸ਼ੂ ਨੂੰ ਹੱਡਾ ਰੋੜੀ 'ਚ ਉੱਦਾਂ ਨਹੀਂ ਭੇਜਣਾ ਹੈਗਾ, ਸੜਕਾਂ ਤੇ ਨਹੀਂ ਛੱਡਣਾ ਜਿੱਦਾਂ ਲੋਕੀ ਘਬਰਾ ਕੇ ਕਰੀ ਜਾ ਰਹੇ ਹੈਗੇ ਆ। ਉਸ ਦੇ ਲਈ ਤੁਹਾਡੇ ਪੰਚਾਇਤਾਂ ਨੂੰ ਹਿਦਾਇਤਾਂ ਦੇ ਦਿੱਤੀਆਂ ਗਈਆਂ ਹਨ। JCB ਦੇ ਨਾਲ ਖੱਡੇ ਖੋਦੇ ਜਾਣਗੇ, ਉੱਥੇ ਪਸ਼ੂਆਂ ਨੂੰ ਦਫਨਾਇਆ ਜਾਵੇਗਾ ਡੂੰਘੇ ਤੌਰ ਤੇ। ਉਹਨਾਂ ਨੂੰ ਤੁਸੀਂ ਐਦਾਂ ਸੜਕਾਂ ਤੇ ਨਹੀਂ ਛੱਡ ਸਕਦੇ। ਜਿਸ ਤਰ੍ਹਾਂ ਮੈਡਮ ਤੁਸੀਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਿਹੜੀ ਦਵਾਈਆਂ ਉਹ ਲੈਂਦੇ ਨੇ ਹਨਾ, ਜਿਸ ਤਰ੍ਹਾਂ ਦੇਸੀ ਦਵਾਈਆਂ ਲੈਂਦੇ ਨੇ, ਮਹਿੰਗੀਆਂ ਦਵਾਈਆਂ ਖਰੀਦਦੇ ਨੇ, ਤਾਂ ਉਹ ਨਾ ਖਰੀਦਣ, ਵੀ ਇਸ ਦਾ ਕੋਈ ਹੱਲ ਨਹੀਂ ਹੈਗਾ, ਵੀ ਇਹਦੇ ਨਾਲ ਇਫੈਕਟ ਵੀ ਹੋ ਸਕਦੇ ਨੇ ਪਸ਼ੂ ਹੋਰ ਜ਼ਿਆਦਾ। ਜਿੰਨੀ ਮਹਿੰਗੀ ਹੁੰਦੀ ਹੈ ਦਵਾਈ ਉਨੀ ਤੇਜ਼ ਹੁੰਦੀ ਹੈ ਦਵਾਈ, ਉਨਾ ਐਂਟੀਬਾਇਓਟਿਕ ਜ਼ਿਆਦਾ ਸਟਰੋਂਗ ਹੁੰਦਾ ਹੈ। ਇਸ ਵਕਤ ਮੈਂ ਤੁਹਾਨੂੰ ਇਹੀ ਦੱਸ ਰਹੀ ਕਿ ਇਸ ਵਾਇਰਸ ਦਾ ਇਲਾਜ ਨਹੀਂ ਹੈ ਔਰ ਇਸ ਵਾਇਰਸ ਨਾਲ ਮੌਤ ਨਹੀਂ ਹੈ। ਜਿਹੜਾ ਆਪਾਂ ਇਲਾਜ ਕਰਦੇ ਆ ਆਪਾਂ ਸੈਕੰਡਰੀ ਬੈਕਟੀਰੀਅਲ ਇਨਫੈਕਸ਼ਨ ਦਾ ਕਰਦੇ ਆ, ਜਾਂ ਕਿਉਂਕਿ ਜਦੋਂ ਵਾਇਰਸ ਅੰਦਰ ਜਾਂਦਾ ਹੈ ਬੋਡੀ ਫਾਈਟ ਕਰਦੀ ਹੈ, ਉਹਦੇ ਨਾਲ ਬੁਖਾਰ ਹੁੰਦਾ ਹੈ। ਇਹ ਬੋਡੀ ਦਾ ਨੈਚੁਰਲ ਮੈਕੈਨਿਜ਼ਮ ਹੈਗਾ ਹੈ ਬੁਖਾਰ ਹੋਣਾ। ਤਾਂ ਆਪਾਂ ਉਹਨੂੰ ਕੰਟਰੋਲ ਕਰਨ ਲਈ ਦਵਾਈ ਦੇਣੀ ਹੈ। ਉਹ ਹਲਕੀ ਦਵਾਈਆਂ ਨਾਲ ਬਹੁਤ ਵਧੀਆ ਰਿਜ਼ਲਟ ਆ ਰਹੇ ਹੈਗੇ ਆ। ਮਹਿੰਗੀਆਂ ਦਵਾਈਆਂ ਦੀ ਲੋੜ ਨਹੀਂ ਹੈ। ਮਹਿੰਗੇ ਦਵਾਈ ਨਾਲ ਤੁਸੀਂ ਇੱਕ ਤਾਂ ਆਪਣਾ ਜਿਹੜਾ ਹੈ ਨੁਕਸਾਨ ਕਰ ਰਹੇ ਹੋ ਪੈਸੇ ਦਾ, ਦੂਸਰਾ ਪਸ਼ੂ ਦਾ ਸਟਰੈਂਥ ਜਿਹੜੀ ਉਹਦੀ ਅੰਦਰੂਨੀ ਤਾਕਤ ਨੂੰ ਘਟਾ ਰਹੇ ਹੋ, ਉਹਦੇ ਲਿਵਰ ਤੇ ਜ਼ੋਰ ਜ਼ਿਆਦਾ ਪਾ ਰਹੇ ਹੋ, ਉਹਦੇ ਨਾਲ ਦੁੱਧ ਹੋਰ ਘਟੇਗਾ, ਉਹਦੇ ਨਾਲ ਪਸ਼ੂ ਦੀ ਕਮਜ਼ੋਰੀ ਹੋਰ ਵਧੇਗੀ। ਜਿਹੜੇ ਪੀੜਿਤ ਪਸ਼ੂ ਨੇ ਮੈਡਮ ਕਿੰਨੀ ਕੁ ਦੇਰ ਦੇ ਵਿੱਚ ਰਿਕਵਰ ਕਰ ਜਾਂਦੇ ਨੇ, ਕਿੰਨੇ ਕੁ ਦਿਨਾਂ ਦੇ ਵਿੱਚ? ਜੇਕਰ ਆਪਾਂ ਬਿਲਕੁਲ ਇਨੀਸ਼ੀਅਲ ਸਟੇਜ ਤੇ ਬਿਮਾਰੀ ਨੂੰ ਪਕੜ ਲੈਂਦੇ ਹੈਗੇ, ਵੀ ਹਲਕੇ ਜਿਹੇ ਧੱਫੜ ਹੋਏ ਉਦੋਂ ਆਪਾਂ ਪਕੜ ਲੈਂਦੇ ਆ, ਆਪਾਂ ਪਸ਼ੂ ਨੂੰ ਕਈ ਲੋਕ ਕਹਿੰਦੇ ਫਟਕਰੀ ਦੇ ਪਾਣੀ ਨਾਲ ਨਵਾ ਦਿਓ, ਠੀਕ ਹੈਗਾ ਆ। ਕਈ ਕਹਿੰਦੇ ਆ ਨਿੰਮ ਦੇ ਪਾਣੀ ਨਾਲ ਨਵਾ ਦਿਓ, ਬਿਲਕੁਲ ਠੀਕ ਹੈ। ਕਈ ਕਹਿੰਦੇ ਆ ਡਿਟੋਲ ਹਲਕੀ ਕਰਕੇ ਮਲ ਦਿਓ, ਉਹ ਵੀ ਬਿਲਕੁਲ ਠੀਕ ਹੈਗੀ ਹੈ। ਜੇਕਰ ਆਪਾਂ ਉਸ ਸਟੇਜ ਤੇ ਪਕੜ ਲੈਂਦੇ ਆ ਤਾਂ ਸਿੰਪਲ 5 ਦਿਨਾਂ ਤੱਕ ਅਸੀਂ ਕਹਿੰਦੇ ਆ ਵੀ ਰਿਕਵਰੀ ਹੋ ਜਾਏਗੀ। ਜੇਕਰ ਇਸ ਤੋਂ ਵੱਧਦੀ ਹੈਗੀ ਹੈ ਤਾਂ ਉਹੀ ਟਾਈਮ ਪੀਰੀਅਡ ਜਿਹੜਾ ਵੱਧ ਜਾਂਦਾ ਆ, ਜ਼ਿਆਦਾ ਹੋ ਗਿਆ, ਬੁਖਾਰ ਵੀ ਹੋ ਗਿਆ, ਬਹੁਤ ਜ਼ਿਆਦਾ 106 ਤੱਕ ਪਹੁੰਚ ਗਿਆ, ਫਿਰ ਆਪਾਂ ਉਹਨੂੰ ਕਹਿੰਦੇ ਆ ਵੀ ਆਪਾਂ ਨੂੰ ਹੁਣ 10 ਦਿਨ ਤੱਕ ਲੱਗ ਸਕਦੇ ਆ, 5 ਤੋਂ 10 ਦਿਨ। ਲੇਕਿਨ ਫਿਰ ਮੇਰੀ ਬੇਨਤੀ ਹੈ ਜਿਹੜੇ ਪਸ਼ੂ ਬਿਲਕੁਲ ਸ਼ੁਰੂਆਤੀ ਹੈਗੇ ਆ ਉਹਨਾਂ ਨੂੰ ਤੁਸੀਂ ਜੇ ਕੰਟਰੋਲ ਕਰਾ ਲੈਂਦੇ ਹੋ ਤਾਂ ਐਂਟੀਬਾਇਓਟਿਕ 5 ਦਿਨ ਤੱਕ ਕੰਮ ਲਗਾਉਣਾ ਆ, ਉਹਦੇ ਨਾਲ ਪਸ਼ੂ ਠੀਕ ਹੋ ਜਾਂਦਾ ਹੈ। ਤਾਂ ਬਿਲਕੁਲ ਦੱਸ ਦਈਏ ਕਿ ਪੂਰੇ ਪੰਜਾਬ ਭਰ ਦੀ ਜੇਕਰ ਰਿਪੋਰਟ ਦੀ ਗੱਲ ਕਰੀਏ ਤਾਂ 25,000 ਤੋਂ ਜ਼ਿਆਦਾ ਜਿਹੜੇ ਪਸ਼ੂ ਨੇ ਉਹ ਪੀੜਿਤ ਪਾਏ ਗਏ ਨੇ। ਤਾਂ ਇੱਕ ਗੱਲ ਹੋਰ ਜਾਣਾਂਗੇ, ਕਿਉਂਕਿ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਚਿੰਤਿਤ ਨੇ ਕਿ ਜਿਹੜਾ ਪਸ਼ੂ ਬਿਮਾਰ ਹੋ ਰਹੇ ਨੇ, ਪਸ਼ੂ ਇਸ ਬਿਮਾਰੀ ਦੇ ਨਾਲ ਜੂਝ ਰਹੇ ਨੇ, ਤਾਂ ਉਹਨਾਂ ਦਾ ਦੁੱਧ ਜਿਹੜਾ ਇਫੈਕਟ ਕਰ ਰਿਹਾ ਲੋਕਾਂ ਨੂੰ, ਤਾਂ ਉਸ ਦੇ ਬਾਰੇ ਵੀ ਜਾਣਾਂਗੇ। ਮੈਡਮ ਕਿਹਾ ਜਾ ਰਿਹਾ ਕਿ ਜਿਹੜੇ ਪਸ਼ੂ ਪੀੜਿਤ ਨੇ ਇਸ ਬਿਮਾਰੀ ਦੇ ਨਾਲ, ਤਾਂ ਜਿਹੜੇ ਡੈਰੀ ਫਾਰਮ ਨੇ, ਜਿਹੜੇ ਲੋਕ ਨੇ ਡੈਰੀ ਵਾਲੇ, ਉਹ ਦੁੱਧ ਜਿਹੜਾ ਘਰਾਂ ਦੇ ਵਿੱਚ ਪਾ ਰਹੇ ਨੇ, ਕਿਹਾ ਜਾ ਰਿਹਾ ਕਿ ਉਸ ਦੇ ਨਾਲ ਜਿਹੜੇ ਬੱਚੇ ਇਫੈਕਟ ਹੋ ਰਹੇ ਨੇ। ਤਾਂ ਇਹ ਕੀ ਕਾਰਨ ਹੈ ਮੈਡਮ, ਇਸ ਦੇ ਬਾਰੇ ਵੀ ਜਾਣਨਾ ਚਾਹਾਂਗੇ ਤੁਹਾਡੇ ਤੋਂ। ਦੇਖੋ ਇਹ ਵਾਇਰਸ ਜਿਹੜਾ ਹੈ ਕੈਪਰਾਈਨ ਵਾਇਰਸ ਹੈਗਾ, ਇਹ ਬੱਕਰੀਆਂ ਵਾਲਾ ਵਾਇਰਸ ਹੈਗਾ ਆ। ਇਹ ਐਨੀਮਲਸ ਨੂੰ ਹੀ ਅਫੈਕਟ ਕਰਦਾ ਹੈ, ਹਿਊਮਨ ਨੂੰ ਅਫੈਕਟ ਨਹੀਂ ਕਰਦਾ। ਅਜੇ ਤੱਕ ਕਿਤੇ ਵੀ ਕਿਸੇ ਵੀ ਟੈਸਟ 'ਚ ਇਹ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਹਿਊਮਨਸ ਦੇ ਵਿੱਚ ਅਫੈਕਟ ਕਰਦਾ ਹੈ। ਦੂਸਰੀ ਗੱਲ ਜਿਹੜੀ ਹੈ, ਇਹ ਵਾਇਰਸ ਬਹੁਤ ਸੈਂਸਿਟਿਵ ਵਾਇਰਸ ਹੈ। ਜੇ 5 ਮਿੰਟ ਇਹ ਧੁੱਪੇ ਰਹਿ ਜਾਂਦਾ ਹੈ ਤੇ ਵਾਇਰਸ ਮਰ ਜਾਂਦਾ ਹੈ। ਜੇ ਇਸੇ ਲਈ ਜੇ ਆਪਾਂ ਕਹੀਏ ਦੁੱਧ ਦੇ ਵਿੱਚ, ਪਹਿਲੀ ਗੱਲ ਤਾਂ ਇਹ ਵਾਇਰਸ ਹਾਲੇ ਤੱਕ ਕਿਤੇ ਪ੍ਰੂਵ ਨਹੀਂ ਹੋਇਆ ਕਿ ਇਹ ਵਾਇਰਸ ਦੁੱਧ 'ਚ ਆ ਰਿਹਾ ਹੈ। ਜੇਕਰ ਪਸ਼ੂ ਦੀ ਦੁੱਧ ਦੀ ਚੁਆਈ ਕਰਨ ਦੇ ਸਮੇਂ ਜਿਹੜਾ ਬੰਦਾ ਚੁਆਈ ਕਰ ਰਿਹਾ ਉਹਦੇ ਹੱਥਾਂ ਨਾਲ ਜਾਂ ਪਸ਼ੂ ਦਾ ਵਾਲ ਗਿਰਨ ਨਾਲ ਜਾਂ ਉਹਦੀ ਚਮੜੀ ਦਾ ਸੈੱਲ ਗਿਰਨ ਨਾਲ ਦੁੱਧ ਦੇ ਵਿੱਚ ਵਾਇਰਸ ਆ ਵੀ ਰਿਹਾ ਹੈ, ਤਾਂ ਉਸ ਦੁੱਧ ਨੂੰ ਆਪਾਂ ਜੇ ਉਬਾਲ ਲੈਂਦੇ ਆ
ਤੇ ਜਿਹੜਾ ਵਾਇਰਸ ਧੁੱਪ ਨਾਲ ਮਰ ਸਕਦਾ ਉਹਨੂੰ ਤੁਸੀਂ ਜਦੋਂ 100 ਡਿਗਰੀ ਤੇ ਉਬਾਲ ਦਿੱਤਾ ਗਿਆ ਤਾਂ ਕੋਈ ਚਾਂਸ ਹੀ ਨਹੀਂ ਹੈ ਕਿ ਉਹ ਜ਼ਿੰਦਾ ਰਹਿ ਜਾਵੇ। ਸੋ ਦੁੱਧ ਉਬਾਲ ਕੇ ਰਿਝਾ ਕੇ ਪੀਓ, ਕੱਚੇ ਦੁੱਧ ਦਾ ਸੇਵਨ ਨਾ ਕਰੋ। ਇਹ ਬਚਾਵ ਦੇ ਖਾਤਰ ਅਸੀਂ ਕਹਿ ਰਹੇ ਹਾਂ, ਪੁਸ਼ਟੀ ਕੋਈ ਨਹੀਂ ਹੈ ਕਿ ਦੁੱਧ ਦੇ ਵਿੱਚ ਵਾਇਰਸ ਹੈ। ਇਹ ਬਿਲਕੁਲ ਗਲਤ ਧਾਰਨਾ ਹੈਗੀ ਹੈ। ਉਬਾਲ ਕੇ ਦੁੱਧ ਪੀਓ, ਬਿਲਕੁਲ ਸੇਫ ਹੈ। ਸਾਡੇ ਆਪਣੇ ਬੱਚੇ ਪੀ ਰਹੇ ਹੈ, ਕਿਤੇ ਕੋਈ ਅਸੀਂ ਰੋਕਥਾਮ ਨਹੀਂ ਕਰ ਰਹੇ ਹੈਗੇ ਇਸ ਗੱਲ ਦੀ। ਉਬਾਲ ਕੇ ਰਿਝਾ ਕੇ ਦੁੱਧ ਵਰਤ ਰਹੇ ਹੈ, ਇਹਦੇ 'ਚ ਡਰ ਵਾਲੀ ਕੋਈ ਗੱਲ ਨਹੀਂ ਹੈ। ਤਾਂ ਬਿਲਕੁਲ ਜਿਸ ਤਰ੍ਹਾਂ ਸੁਣਿਆ ਹੈ ਕਿ ਕੋਈ ਡਰ ਵਾਲੀ ਗੱਲ ਨਹੀਂ ਹੈਗੀ, ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈਗੀ। ਦੁੱਧ ਬਿਲਕੁਲ ਸਹੀ ਹੈ, ਦੁੱਧ ਤੁਸੀਂ ਪੀ ਸਕਦੇ ਹੋ ਉਬਾਲ ਕੇ। ਤਾਂ ਮੈਡਮ ਇੱਕ ਗੱਲ ਹੋਰ ਜਾਣਨੀ ਚਾਹਾਂਗੇ, ਤੁਸੀਂ ਕਿਹਾ ਕਿ ਸਫਾਈ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇ। ਗਊਸ਼ਾਲਾ ਆਪਾਂ ਦੇਖ ਰਹੇ ਹਾਂ, ਉੱਥੇ ਕਾਫੀ ਜਿਹੜਾ ਹੁੰਦਾ ਗੋਹਾ ਕੂੜਾ ਹੁੰਦਾ ਨਾ, ਸਫਾਈ ਕਰਨ ਦੇ ਵਿੱਚ ਕਾਫੀ ਟਾਈਮ ਲੱਗ ਜਾਂਦਾ, ਘੰਟਾ ਕੁ ਲੱਗ ਜਾਂਦਾ ਹੈ। ਲੇਕਿਨ ਮੱਛਰ ਮੱਖੀਆਂ ਕਾਫੀ ਹੁੰਦੀਆਂ ਨੇ ਉੱਥੇ। ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਗਊਸ਼ਾਲਾ ਵਾਲਿਆਂ ਨੂੰ, ਕਿਉਂਕਿ ਸਰਕਾਰੀ ਗਊਸ਼ਾਲਾ ਨੇ ਸਾਰੀਆਂ? ਦੇਖੋ, ਚਾਹੇ ਗਊਸ਼ਾਲਾ ਹੈ, ਚਾਹੇ ਲੋਕਾਂ ਦੇ ਆਪਣੇ ਫਾਰਮ ਹੈਗੇ ਹੈ, ਲੇਬਰ ਦੀ ਤਾਂ ਨੈਚੁਰਲੀ ਹਰ ਜਗ੍ਹਾ ਤੇ ਲੋੜ ਪੈ ਰਹੀ ਹੈ। ਔਰ ਸਾਫ਼ ਸਫਾਈ ਦੇ ਨਾ ਹੋਣ ਕਰਕੇ ਹੀ ਇਹ ਬਿਮਾਰੀ ਜਿਹੜੀ ਹੈ ਜ਼ਿਆਦਾ ਵੱਧ ਰਹੀ ਹੈਗੀ ਹੈ। ਅਸੀਂ ਬਾਰ-ਬਾਰ ਖੈਰ ਅਸੀਂ ਤਾਂ ਸ਼ੁਰੂ ਤੋਂ ਕਹਿੰਦੇ ਵੀ ਮੱਖੀ ਮੱਛਰ ਤੋਂ ਚਿੱਚੜ ਤੋਂ ਬਚਾਅ ਕਰੋ ਪਸ਼ੂਆਂ ਦਾ। ਔਰ ਉਹਦੇ ਲਈ ਸਭ ਤੋਂ ਸੌਖਾ ਤਾਂ ਇਹੀ ਹੈ ਵੀ ਤੁਸੀਂ ਮੱਛਰਦਾਨੀਆਂ ਜਿਹੜੀਆਂ ਹੈ ਆਪਣੇ ਪਸ਼ੂ ਘਰਾਂ ਦੇ ਆਲੇ ਦੁਆਲੇ ਮੱਛਰਦਾਨੀਆਂ ਬਹੁਤ ਲੋਕ ਲਗਾ ਵੀ ਰਹੇ ਹੈ, ਲਗਾ ਲੈਣੀਆਂ ਚਾਹੀਦੀਆਂ। ਦੂਸਰਾ ਜਿਹੜਾ ਇਹੀ ਨਿੰਮ ਦਾ ਧੂਆਂ ਵਗੈਰਾ ਕਰ ਲਓ, ਉਹਦੇ ਨਾਲ ਖਤਮ ਹੋ ਜਾਂਦੇ ਹੈ। ਤੀਸਰਾ ਹੁਣ ਬਰਸਾਤ ਸੀਗੀ, ਬਰਸਾਤ 'ਚ ਜਿੱਥੇ ਵੀ ਪਾਣੀ ਖੜਾ ਹੈ ਉੱਥੇ ਮੱਛਰ ਹੈਗੇ ਹੈ, ਉੱਥੇ ਆਪਣਾ ਤੇਲ ਵਗੈਰਾ ਛਿੜਕ ਲਓ, ਉਹਦੇ ਨਾਲ ਉਹ ਚੀਜ਼ ਖਤਮ ਹੋ ਜਾਏਗੀ। ਚੌਥੇ ਅਗੇਨ ਜਿਹੜੇ ਪਸ਼ੂ ਤੁਹਾਨੂੰ ਲੱਗਦੇ ਹੈਗੇ ਆ ਵੀ ਹਾਂ ਸਾਡੇ ਚਿੱਚੜਾਂ ਦੀ ਪ੍ਰੋਬਲਮ ਹੈਗੀ ਆ, ਉਹ ਵਾਲੇ ਟੀਕੇ ਲਗਵਾ ਲਓ, ਉਹਨਾਂ 'ਚ ਚਿੱਚੜ ਖਤਮ ਕਰਵਾ ਲਓ। ਇਹ ਪ੍ਰੋਬਲਮ ਸਾਰੀ ਸਾਫ਼ ਸਫਾਈ ਦੀ, ਮੱਖੀ ਮੱਛਰ ਚਿੱਚੜ ਦੀ ਹੀ ਪ੍ਰੋਬਲਮ ਹੈਗੀ ਹੈ। ਜਦੋਂ ਉਹਦਾ ਸੋਲੂਸ਼ਨ ਤੁਸੀਂ ਕਰ ਲੈਂਦੇ ਹੋ ਤਾਂ ਬਚਾਓ 100% ਹੋ ਜਾਏਗਾ। ਪਟਿਆਲਾ ਦੀ ਗੱਲ ਕਰਾਂਗੇ। ਪੰਜਾਬ ਦੇ ਵਿੱਚ ਜਿਸ ਤਰ੍ਹਾਂ ਪਤਾ ਲੱਗ ਰਿਹਾ ਕਿ ਵੱਖ-ਵੱਖ ਕੋਨਿਆਂ ਦੇ ਵਿੱਚ ਜਿਹੜੇ ਕੇਸ ਪਾਏ ਜਾ ਰਹੇ ਨੇ, ਪਟਿਆਲਾ ਦੀ ਗੱਲ ਕਰਾਂਗੇ। ਪਟਿਆਲਾ ਦੇ ਵਿੱਚ ਕਿੱਥੋਂ ਸ਼ੁਰੂਆਤ ਹੋਈ ਸੀਗੀ ਤੇ ਹੁਣ ਤੱਕ ਕਿੰਨੇ ਕੇਸ ਨੇ ਜਿਹੜੇ ਪਟਿਆਲਾ ਦੇ ਵਿੱਚ ਨੇ? ਦੇਖੋ, ਇਹ ਨਾ ਬੜੀ ਅਸੀਂ ਪਿਨ ਪੁਆਇੰਟ ਨਹੀਂ ਕਰ ਸਕਦੇ ਕਿੱਥੋਂ ਸ਼ੁਰੂਆਤ ਹੋਈ ਹੈਗੀ ਹੈ। ਬੜੇ ਰੈਂਡਮਲੀ ਹੋਈ ਹੈ, ਕੋਈ ਇੱਕ ਦੋ ਕੇਸ। ਪ੍ਰੋਬਲਮ ਸਾਰੀ ਇਹ ਆਈ ਕਿ ਜਿਹੜੇ ਜਾਨਵਰ ਬਾਹਰੋਂ ਖਰੀਦ ਕੇ ਲਿਆਏ ਜਾ ਰਹੇ ਹੈ ਜਾਂ ਵੇਚਣ ਲਈ ਭੇਜੇ ਜਾ ਰਹੇ ਹੈ, ਮੂਵਮੈਂਟ ਆਫ ਐਨੀਮਲ ਦੇ ਨਾਲ ਇਹ ਪ੍ਰੋਬਲਮ ਆਈ ਹੈਗੀ ਹੈ। ਐਜ਼ ਇਟ ਇਜ਼ ਇਹ ਪੰਜਾਬ 'ਚ ਬਿਮਾਰੀ ਹੈ ਨਹੀਂ ਸੀਗੀ ਔਰ ਆਈ ਤਾਂ ਦੂਸਰੀ ਸਟੇਟਸ ਦੇ ਵਿੱਚੋਂ ਹੀ ਹੈ, ਲੇਕਿਨ ਅਸੀਂ ਪਿਨ ਪੁਆਇੰਟ ਹਾਲੇ ਨਹੀਂ ਕਰ ਪਾ ਰਹੇ ਹੈਗੇ। ਸਰਕਾਰ ਇਸ ਚੀਜ਼ ਦੀ ਕੋਸ਼ਿਸ਼ ਕਰ ਰਹੀ ਹੈ ਲੱਭਣ ਦੀ, ਸੋਰਸ ਜਿਹੜੀ ਹੈ ਵੀ ਕਿੱਥੋਂ ਆਈ ਹੈ ਤੇ ਕੀ ਸੋਰਸ ਹੈ ਇਹਦਾ। ਲੇਕਿਨ ਇਹਦਾ ਮੇਨਲੀ ਇਹੀ ਇਸੇ ਲਈ ਮੇਲੇ ਵੀ ਬੰਦ ਕਰ ਦਿੱਤੇ ਗਏ ਹੈ ਕਿ ਮੂਵਮੈਂਟ ਆਫ ਐਨੀਮਲ ਬਿਲਕੁਲ ਬੰਦ ਕਰ ਦਿੱਤੀ ਜਾਵੇ। ਜਿਹੜਾ ਐਨੀਮਲ ਜਿੱਥੇ ਹੈਗਾ ਉਹਨੂੰ ਉੱਥੇ ਹੀ ਰੱਖਿਆ ਜਾਵੇ ਤਾਂ ਕਿ ਜਿੱਥੇ ਬਿਮਾਰੀ ਲੋਕਲਾਈਜ਼ਡ ਹੈ ਉੱਥੇ ਹੀ ਰਵੇ, ਹੋਰ ਨਾ ਫੈਲੇ। ਮੈਡਮ, ਜਿਹੜੇ ਪਸ਼ੂ ਪਾਲਣ ਵਾਲੇ ਲੋਕ ਨੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਜਿਸ ਤਰ੍ਹਾਂ ਨਵੇਂ ਪਸ਼ੂ ਖਰੀਦੇ ਜਾ ਰਹੇ ਨੇ ਲਗਾਤਾਰ, ਜਿਹੜਾ ਡੈਰੀ ਫਾਰਮ ਵਾਲੇ ਨੇ ਤਾਂ ਉਹ ਪਸ਼ੂ ਖਰੀਦਦੇ ਨੇ ਨਵੇਂ, ਤਾਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ? ਹਾਂ, ਮੇਰੀ ਹੱਥ ਜੋੜ ਕੇ ਸਭ ਨੂੰ ਇਹੀ ਬੇਨਤੀ ਹੈ ਕਿ ਫਿਲਹਾਲ, ਕਿਉਂਕਿ ਦੇਖੋ ਸਰਕਾਰ ਨੇ ਵੀ ਮੇਲੇ ਬੰਦ ਇਸੇ ਲਈ ਕੀਤੇ, ਜਿਹੜੀਆਂ ਮੰਡੀਆਂ ਬੰਦ ਇਸੇ ਲਈ ਕੀਤੀਆਂ, ਪਸ਼ੂਆਂ ਦੀ ਖਰੀਦੋ ਫਰੋਖਤ ਬਿਲਕੁਲ ਬੰਦ ਕਰਤੀ ਜਾਵੇ। ਆਪਣੇ ਪਸ਼ੂ ਜਿਹੜੇ ਹੈ ਉਹਨਾਂ ਨੂੰ ਧਿਆਨ ਰੱਖੋ, ਉਹਨਾਂ ਨੂੰ ਲੁੱਕ ਆਫਟਰ ਕਰੋ। ਬਿਮਾਰ ਪਸ਼ੂ ਨੂੰ ਬਾਹਰ ਨਾ ਛੱਡੋ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੇ ਪਸ਼ੂ ਨੂੰ ਇੰਨੀ ਦੇਰ ਦਾ ਤੁਸੀਂ ਦੁੱਧ ਪੀ ਰਹੇ ਸੀਗੇ ਉਹਨੂੰ ਬਿਮਾਰ ਦੇਖ ਕੇ ਲੋਕੀ ਬਾਹਰ ਛੱਡਣਾ ਸ਼ੁਰੂ ਹੋ ਗਏ ਹੈ। ਕੁਝ ਕੇ ਇਨਸੀਡੈਂਟ ਸਾਡੇ ਦੇਖਣ 'ਚ ਆਏ ਹੈ, ਲੇਕਿਨ ਬਹੁਤ ਕਿਸਾਨ ਭਰਾ ਬੜੀ ਤਨਦੇਹੀ ਨਾਲ ਆਪਣੇ ਪਸ਼ੂਆਂ ਨੂੰ ਧਿਆਨ ਕਰ ਰਹੇ ਹੈ, ਇਲਾਜ ਕਰ ਰਹੇ ਹੈ। ਸੋ ਮੇਰੀ ਬੇਨਤੀ ਹੈ ਕਿ ਸਾਰੇ ਕਿਸਾਨ ਭਰਾ, ਸਾਰੇ ਪਸ਼ੂ ਪਾਲਕ, ਡੇਰੀ ਫਾਰਮਸ ਆਪਣੇ ਪਸ਼ੂਆਂ ਨੂੰ ਇਲਾਜ ਕਰਵਾਉਣ, ਸਰਕਾਰੀ ਤੌਰ ਤੇ ਇਲਾਜ ਕਰਵਾਉਣ। ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ। ਸਾਨੂੰ ਪੂਰਾ ਭਰੋਸਾ ਹੈਗਾ ਆ ਕਿ ਜਿਸ ਤਰ੍ਹਾਂ ਹੁਣ ਮੌਸਮ ਬਦਲ ਰਿਹਾ ਹੈ, ਬਰਸਾਤੀ ਸੀਜ਼ਨ ਖਤਮ ਹੋ ਰਿਹਾ ਹੈ, ਇਹ ਬਿਮਾਰੀ ਖਤਮ ਹੋ ਜਾਏਗੀ। ਇੱਕ ਆਖਰੀ ਸਵਾਲ ਹੈ ਮੈਡਮ ਮੇਰਾ ਕਿ ਜਿਹੜੇ ਪਸ਼ੂ ਪੀੜਿਤ ਪਾਏ ਜਾਂਦੇ ਨੇ ਇਸ ਬਿਮਾਰੀ ਦੇ ਨਾਲ, ਕੀ ਦੁੱਧ ਦੇ ਵਿੱਚ ਵੀ ਕਮੀ ਆਉਂਦੀ ਹੈ ਉਹਨਾਂ ਦੇ? ਹਾਂਜੀ, ਦੇਖੋ ਦੁੱਧ 'ਚ ਤਾਂ ਕਮੀ ਜਦੋਂ ਵੀ ਪਸ਼ੂ ਸਟ੍ਰੈਸ 'ਚ ਹੁੰਦਾ ਹੈ, ਗਰਮੀ ਵੱਧਦੀ ਹੈ ਤਾਂ ਵੀ ਦੁੱਧ 'ਚ ਕਮੀ ਆਉਂਦੀ ਹੈ, ਚਾਰੇ ਦੀ ਕਮੀ ਹੁੰਦੀ ਤਾਂ ਵੀ ਦੁੱਧ 'ਚ ਕਮੀ ਆਉਂਦੀ ਹੈਗੀ ਹੈ। ਦੁੱਧ 'ਚ ਕਮੀ ਤਾਂ ਪਸ਼ੂ ਦੇ ਸਟ੍ਰੈਸ ਲੈਵਲ ਨਾਲ ਰਿਲੇਟਡ ਹੈ। ਜਿਹੜੇ ਪਸ਼ੂ ਨੂੰ ਬੁਖਾਰ ਹੋਏਗਾ ਉਹਦੇ ਦੁੱਧ 'ਚ ਕਮੀ ਆਏਗੀ। ਇਹ ਡਾਇਰੈਕਟਲੀ ਅਸੀਂ ਵਾਇਰਸ ਦਾ ਇਫੈਕਟ ਨਹੀਂ ਕਵਾਂਗੇ, ਇਹ ਪਸ਼ੂ ਦੇ ਆਪਣੇ ਸਟਰੈਂਥ ਦਾ ਇਫੈਕਟ ਹੈਗਾ ਆ। ਜਿਹੜਾ ਪਸ਼ੂ ਬਿਮਾਰ ਹੋਏਗਾ ਉਹਦੇ ਦੁੱਧ 'ਚ ਕਮੀ ਆਏਗੀ, ਉਹ ਰਿਕਵਰ ਕਰ ਜਾਏਗਾ, ਦੁੱਧ ਨਾਰਮਲ ਹੋ ਜਾਏਗਾ। ਜਿਹੜੇ ਹੈਲਦੀ ਪਸ਼ੂ ਨੇ ਮੈਡਮ, ਪਿੰਡਾਂ ਦੇ ਲੋਕ ਜਿਹੜੇ ਟੀਕਾਕਰਨ ਕਰਵਾਉਣਾ ਚਾਹੁੰਦੇ ਨੇ ਉਹਨਾਂ ਦਾ, ਤਾਂ ਉਹ ਟੀਕਾਕਰਨ ਜਿਹੜਾ ਕਿੱਥੇ ਹੋਵੇਗਾ? ਹਸਪਤਾਲਾਂ ਦੇ ਵਿੱਚ ਹੋਵੇਗਾ ਜਾਂ ਆਮ ਦੁਕਾਨਾਂ ਤੋਂ ਵੀ ਮਿਲ ਜਾਏਗਾ? ਨਹੀਂ, ਟੀਕਾਕਰਨ ਅਸੀਂ ਆਲਰੇਡੀ ਸ਼ੁਰੂ ਕਰ ਚੁੱਕੇ ਹਾਂ। ਸਰਕਾਰੀ ਸਪਲਾਈ ਆ ਗਈ ਹੈ, ਫ੍ਰੀ ਹੈ ਬਿਲਕੁਲ। ਜਿਹੜਾ ਹੈ ਟੀਕਾਕਰਨ ਹੈਗਾ ਆ। ਸਿਰਫ ਇੱਕ ਬੇਨਤੀ ਹੈਗੀ ਹੈ ਵੀ ਜਿੱਥੇ ਪਸ਼ੂ ਹੈਲਦੀ ਹੈ, ਜਿੱਥੇ ਆਸ-ਪਾਸ ਬਿਮਾਰੀ ਨਹੀਂ ਹੈ, ਇਹ ਟੀਕਾਕਰਨ ਉੱਥੇ ਹੋਏਗਾ। ਸਪਲਾਈ ਹੋ ਚੁੱਕੀ ਹੈ, ਡਾਕਟਰਸ, ਹਸਪੀਟਲਸ ਔਰ ਡਿਸਪੈਂਸਰੀਜ਼ 'ਚ ਟੀਕੇ ਜਿਹੜੇ ਆ ਪਹੁੰਚ ਚੁੱਕੇ ਹੈ, ਵੈਕਸੀਨ ਜਿਹੜੀ ਆ ਪਹੁੰਚ ਚੁੱਕੀ ਹੈ ਔਰ ਉਹ ਫ੍ਰੀ ਲਗਾਈ ਜਾਏਗੀ। ਬਹੁਤ ਬਹੁਤ ਸ਼ੁਕਰੀਆ ਮੈਡਮ ਸਾਡੇ ਨਾਲ ਜੁੜਨ ਦੇ ਲਈ। ਤਾਂ ਤੁਹਾਨੂੰ ਦੱਸਿਆ ਹੈਗਾ ਕਿ ਸੀਨੀਅਰ ਜਿਹੜੇ ਕਿ ਵੈਟਰਨਰੀ ਆਫੀਸਰ ਸੀਗੇ ਮੈਡਮ ਸੁਰਿੰਦਰ ਕੌਰ ਜੀ, ਤਾਂ ਉਹਨਾਂ ਨੇ ਦੱਸਿਆ ਹੈਗਾ ਕਿ ਇਸ ਦੇ ਜਿਹੜੇ ਲੱਛਣ ਨੇ ਤਾਂ ਉਹ ਜਿਸ ਤਰ੍ਹਾਂ ਗਊਆਂ ਦੇ ਵਿੱਚ ਜਿਹੜੇ ਦੇਖਣ ਨੂੰ ਮਿਲਦੇ ਨੇ, ਜਿਸ ਤਰ੍ਹਾਂ ਪਹਿਲਾਂ ਗੱਠ ਜੀ ਬਣ ਜਾਂਦੀ ਹੈ ਚਮੜੀ ਦੇ ਉੱਤੇ, ਤਾਂ ਫਿਰ ਬੁਖਾਰ ਹੋ ਜਾਂਦਾ। ਬੁਖਾਰ ਦੇ ਨਾਲ ਜਿਹੜਾ ਕਿ ਮੂੰਹ ਦੇ ਵਿੱਚੋਂ ਪਾਣੀ ਨਿਕਲਦਾ, ਨੱਕ ਦੇ ਵਿੱਚੋਂ ਪਾਣੀ ਨਿਕਲਣਾ,
ਲੱਤਾਂ ਦੇ ਵਿੱਚ ਸੁੱਜਣ ਆਣੀ ਤਾਂ ਇਸ ਤਰ੍ਹਾਂ ਦੇ ਸਿੰਪਟਮ ਜਿਹੜੇ ਪਾਏ ਜਾਂਦੇ ਨੇ ਤਾਂ ਉਹ ਜਿਹੜੀ ਹੈ ਪੀੜਿਤ ਪਾਈ ਜਾਂਦੀ ਹੈ। ਤਾਂ ਇਸ ਦਾ ਇਲਾਜ ਵੀ ਦੱਸਿਆ ਮੈਡਮ ਨੇ ਕਿ ਸਫਾਈ ਜਿਹੜੀ ਹੈ ਆਲੇ ਦੁਆਲੇ ਪਸ਼ੂਆਂ ਦੇ ਬਣਾਈ ਰੱਖੀ ਜਾਵੇ, ਜਿਸ ਤਰ੍ਹਾਂ ਮੱਛਰ ਮੱਖੀ ਜਿਹੜੀ ਹੈ ਪਸ਼ੂਆਂ ਦੇ ਆਲੇ ਦੁਆਲੇ ਨਾ ਆਉਣ ਦਿੱਤੀ ਜਾਵੇ, ਤਾਂ ਹੀ ਜਿਹੜਾ ਕਿ ਇਸ ਬਿਮਾਰੀ ਦੇ ਉੱਪਰ ਜਿਹੜਾ ਕਿ ਕਾਬੂ ਪਾਇਆ ਜਾ ਸਕਦਾ। ਤਾਂ ਇੱਕ ਗੱਲ ਹੋਰ ਕਹੀ ਹੈ ਮੈਡਮ ਨੇ, ਬੇਨਤੀ ਵੀ ਕੀਤੀ ਹੈ ਲੋਕਾਂ ਨੂੰ ਕਿ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਜਿਹੜੇ ਕਿ ਦਵਾਈਆਂ ਖਰੀਦ ਰਹੇ ਨੇ ਮਹਿੰਗੀਆਂ ਤਾਂ ਉਹ ਨਾ ਖਰੀਦਣ, ਕਿਉਂਕਿ ਉਸ ਦੇ ਨਾਲ ਜਿਹੜੇ ਪਸ਼ੂਆਂ ਦੀ ਜਿਹੜੀ ਹੈ ਮੌਤ ਵੀ ਹੋ ਸਕਦੀ ਹੈ। ਕੈਮਰਾ ਪਰਸਨ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਜੀਤ ਕੰਬੋਜ, ਜਗਬਾਨੀ ਟੀਵੀ ਪਟਿਆਲਾ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।